ਮੇਰਾ ਨਾਮ ਅੰਜਨਾ ਹੈ। ਅਸੀਂ ਸਾਰੇ ਇੱਕ ਘਰ ਵਿੱਚ ਰਹਿੰਦੇ ਸੀ। ਉਹ ਘਰ ਸਾਡੇ ਦਾਦਾ ਜੀ ਦਾ ਸੀ। ਇੱਥੇ ਮੇਰਾ ਪਿਤਾ ਜੀ ਅਤੇ ਉਹਨਾਂ ਦੇ ਦੋ ਭਰਾ ਇਕੱਠੇ ਰਹਿੰਦੇ ਸਨ, ਪਰ ਦੋਵੇਂ ਚਾਚਾ ਜੀ ਇਸ ਦੁਨੀਆ ਵਿੱਚ ਨਹੀਂ ਰਹੇ ਸਨ। ਹੁਣ ਸਿਰਫ ਮੇਰੇ ਪਿਤਾ ਜੀ ਜਿਉਂਦੇ ਸਨ। ਮੇਰੇ ਦਾਦਾ ਜੀ ਵੀ ਜਿਉਂਦੇ ਸਨ, ਜਿਨ੍ਹਾਂ ਦਾ ਹੁਕਮ ਇਸ ਘਰ ਵਿੱਚ ਚੱਲਦਾ ਸੀ। ਸਾਡੇ ਘਰ ਵਿੱਚ ਹਰ ਚੀਜ਼ ਬਹੁਤ ਮਾਤਰਾ ਵਿੱਚ ਆਉਂਦੀ ਸੀ, ਕਿਉਂਕਿ ਸਾਡੇ ਘਰ ਵਿੱਚ ਬਹੁਤ ਸਾਰੇ ਲੋਕ ਸਨ। ਪਰ ਇੱਕ ਨੌਕਰਾਣੀ ਸੀ ਜੋ ਸਭ ਤੋਂ ਸੋਹਣੀ ਸੀ। ਉਸ ਦਾ ਨਾਮ ਮੀਨਾ ਸੀ। ਉਹ ਕਹਿੰਦੀ ਸੀ ਕਿ ਮੇਰਾ ਅਸਲੀ ਨਾਮ ਬਬੀਤਾ ਹੈ, ਪਰ ਮੈਨੂੰ ਬਬੀਤਾ ਨਾਂ ਪਸੰਦ ਨਹੀਂ ਹੈ। ਇਸ ਲਈ ਮੈਂ ਆਪਣਾ ਨਾਮ ਬਦਲ ਕੇ ਮੀਨਾ ਰੱਖ ਲਿਆ ਹੈ। ਮੇਰੇ ਵਰਗੀ ਸੋਹਣੀ ਕੁੜੀ ਦਾ ਨਾਂ ਮੀਨਾ ਹੋਣਾ ਚਾਹੀਦਾ ਸੀ। ਉਹ ਨੌਕਰਾਣੀ ਸੀ, ਪਰ ਉਸ ਦਾ ਚਾਲ ਚੱਲਣ ਰਾਣੀਆਂ ਵਰਗਾ ਸੀ। ਮੀਨਾ ਬਹੁਤ ਵਿਗੜੀ ਹੋਈ ਸੀ ਅਤੇ ਇਸ ਦੇ ਪਿੱਛੇ ਮੇਰੇ ਦਾਦਾ ਜੀ ਦਾ ਹੱਥ ਸੀ। ਉਹ ਮੇਰੇ ਦਾਦਾ ਜੀ ਦਾ ਸਾਰਾ ਕੰਮ ਕਰਦੀ ਸੀ। ਮੇਰੇ ਦਾਦਾ ਜੀ ਵੀ ਮੰਜੇ ਤੋਂ ਉੱਠ ਨਹੀਂ ਸਕਦੇ ਸਨ। ਉਹ ਇੰਨੇ ਕਮਜ਼ੋਰ ਸੀ ਕਿ ਉਹਨਾਂ ਨੂੰ ਦਵਾਈ ਦੇਣਾ, ਖਾਣਾ ਖਵਾਉਣਾ, ਉਹਨਾਂ ਦਾ ਕਮਰਾ ਸਾਫ਼ ਕਰਨਾ ਅਤੇ ਜਦੋਂ ਉਹ ਇਕੱਲੇ ਹੁੰਦੇ ਤਾਂ ਉਹਨਾਂ ਕੋਲ ਬੈਠਦੀ ਅਤੇ ਗੱਲਾਂ ਕਰਦੀ, ਉਹ ਇਹ ਸਭ ਕੁਝ ਕਰਦੀ ਸੀ। ਮੇਰੇ ਪਿਤਾ ਜੀ ਕਹਿੰਦੇ ਸਨ ਕਿ ਤੁਹਾਡੀ ਉਮਰ ਦੇ ਲੋਕਾਂ ਦਾ ਕੀ ਫਾਇਦਾ, ਤੁਸੀਂ ਉਹਨਾਂ ਦੇ ਨਾਲ ਰਹੋ ਅਤੇ ਉਹਨਾਂ ਨਾਲ ਗੱਲਾਂ ਕਰੋ। ਉਹਨਾਂ ਦੀ ਧਿਆਨ ਰੱਖਿਆ ਜਾਣਾ ਚਾਹੀਦਾ ਹੈ, ਉਸ ਦੀ ਸੇਵਾ ਕਰਨੀ ਚਾਹੀਦੀ ਹੈ। ਜਦੋਂ ਉਹ ਕੱਲ੍ਹ ਨੂੰ ਇਸ ਸੰਸਾਰ ਤੋਂ ਚਲੇ ਜਾਣਗੇ ਅਤੇ ਉਹ ਸਾਰੀ ਦੌਲਤ ਮੀਨਾ ਦੇ ਨਾਂ ਕਰ ਦੇਣਗੇ, ਫਿਰ ਤੁਹਾਨੂੰ ਸਾਰਿਆਂ ਨੂੰ ਅਕਲ ਆ ਜਾਵੇਗੀ। ਮੇਰੇ ਚਾਚਾ ਜੀ ਨਹੀਂ ਸਨ, ਪਰ ਉਹਨਾਂ ਦੇ ਬੱਚੇ ਸਨ ਅਤੇ ਮੇਰਾ ਕੋਈ ਭਰਾ ਨਹੀਂ ਸੀ। ਇਸ ਲਈ ਪਿਤਾ ਜੀ ਨੂੰ ਚਿੰਤਾ ਰਹਿੰਦੀ ਸੀ ਕਿ ਦਾਦਾ ਜੀ ਦੀ ਸਾਰੀ ਦੌਲਤ ਇਹਨਾਂ ਲੋਕਾਂ ਵਿੱਚ ਵੰਡੀ ਜਾਵੇਗੀ ਅਤੇ ਮੇਰੇ ਪਿਤਾ ਨੂੰ ਕੁਝ ਨਹੀਂ ਮਿਲੇਗਾ ਅਤੇ ਕੀ ਬਚੇਗਾ। ਵੈਸੇ ਹੀ ਇਹ ਪੈਸਾ ਸਾਡੀਆਂ ਦੋਹਾਂ ਭੈਣਾਂ ਦੇ ਵਿਆਹ ਲਈ ਵਰਤਿਆ ਜਾਵੇਗਾ। ਇਸ ਕਰਕੇ ਉਹ ਚਿੰਤਤ ਸੀ। ਪਰ ਦਾਦਾ ਜੀ ਕੋਲ ਬੈਠਦੇ ਤਾਂ ਸਾਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਸੀ। ਦਾਦਾ ਜੀ ਅਜੀਬ ਗੱਲਾਂ ਕਰਦੇ ਸਨ, ਕਿਸੇ ਨੂੰ ਪਛਾਣਿਆ ਵੀ ਨਹੀਂ ਕਰਦੇ ਸੀ। ਤੁਸੀਂ ਅਜੇ ਵਿਅਕਤੀ ਨਾਲ ਬੈਠ ਕੇ ਕੀ ਕਰੋਗੇ? ਮੀਨਾ ਉਸ ਕੋਲ ਬੈਠਦੀ ਤਾਂ ਉਹ ਬਹੁਤ ਖੁਸ਼ ਹੁੰਦੇ ਸਨ। ਜੇ ਅੰਜਨਾ ਕਮਰੇ ਵਿੱਚ ਆਉਂਦੀ ਤਾਂ ਉਹਨਾਂ ਦੇ ਕਮਰੇ ਵਿੱਚੋਂ ਹਾਸੇ ਦੀਆਂ ਆਵਾਜ਼ਾਂ ਆਉਂਦੀਆਂ। ਮੀਨਾ ਕੋਲ ਹਮੇਸ਼ਾ ਪੈਸੇ ਹੁੰਦੇ ਸਨ। ਇੱਕ ਦਿਨ ਉਹ ਅੰਦਰ ਬੈਠੀ ਸੀ। ਮੈਂ ਵੀ ਅੰਦਰ ਗਈ ਅਤੇ ਸਾਹਮਣੇ ਵਾਲਾ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਈ, ਕਿਉਂਕਿ ਮੇਰੇ ਦਾਦਾ ਜੀ ਦੇ ਹੱਥ ਵਿੱਚ ਬਹੁਤ ਸਾਰੇ ਪੈਸੇ ਸਨ ਅਤੇ ਉਹ ਪੈਸੇ ਨੌਕਰਾਣੀ ਨੂੰ ਫੜਾ ਰਹੇ ਸਨ। ਇਹ ਪੈਸਾ ਘੱਟੋ ਘੱਟ 50,000 ਲੱਗਦਾ ਸੀ। ਮੈਂ ਕਿਹਾ, ਕੀ ਹੋ ਰਿਹਾ ਹੈ? ਤੁਸੀਂ ਇੰਨੇ ਪੈਸੇ ਕਿਉਂ ਦੇ ਰਹੇ ਹੋ? ਤਾਂ ਮੇਰੇ ਦਾਦਾ ਜੀ ਕਹਿਣ ਲੱਗੇ ਕਿ ਇਹ ਉਹਨਾਂ ਦੀ ਤਨਖਾਹ ਹੈ। ਤਾਂ ਮੈਂ ਕਿਹਾ ਕਿ ਮੈਨੂੰ ਵੀ ਪੈਸੇ ਚਾਹੀਦੇ ਹਨ। ਉਸਨੇ ਮੈਨੂੰ 1000 ਦਾ ਨੋਟ ਦੇ ਦਿੱਤਾ। ਮੈਂ ਕਿਹਾ, 1000 ਵਿੱਚ ਕੀ ਆ? ਨੌਕਰਾਣੀ ਨੂੰ 50,000 ਦੇਣਾ, ਜਦੋਂ ਕਿ ਉਸ ਦੀ ਤਨਖਾਹ 50,000 ਨਹੀਂ ਸੀ ਅਤੇ ਉਸ ਦੀ ਪੋਤੀ ਲਈ 1000 ਰੁਪਏ ਹਨ। ਪਿਤਾ ਜੀ ਕਹਿੰਦੇ ਹਨ, ਜਾ ਕੇ ਦਾਦਾ ਜੀ ਕੋਲ ਬੈਠੋ, ਪਰ ਉਹ ਸਾਨੂੰ ਪਿਆਰ ਨਹੀਂ ਕਰਦੇ। ਜੇਕਰ ਉਹਨਾਂ ਦੀ ਇਹ ਹਾਲਤ ਹੈ ਤਾਂ ਅਸੀਂ ਆਪਣਾ ਸਮਾਂ ਕਿਉਂ ਬਰਬਾਦ ਕਰੀਏ? ਮੈਂ ਬਾਹਰ ਆ ਕੇ ਆਪਣੇ ਪਿਤਾ ਨਾਲ ਟਕਰਾਈ। ਉਹ ਮੈਨੂੰ ਪੁੱਛਣ ਲੱਗੇ, ਤੂੰ ਕਿੱਥੋਂ ਭੜਕ ਰਹੀ ਹੈ ਤੇ ਤੇਰਾ ਧਿਆਨ ਕਿੱਧਰ ਹੈ? ਜਦੋਂ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਤਾਂ ਉਹ ਹੈਰਾਨ ਰਹਿ ਗਏ ਅਤੇ ਪੁੱਛਣ ਲੱਗੇ ਕਿ ਇਹ ਸੱਚ ਹੈ? ਤੁਸੀਂ ਉਹਨਾਂ ਨੂੰ ਪੈਸੇ ਦਿੰਦੇ ਦੇਖਿਆ ਸੀ? ਤਾਂ ਮੈਂ ਕਿਹਾ, ਹਾਂ, ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ। ਉਹ ਖੁਦ ਇਸ ਨੌਕਰਾਣੀ ਨੂੰ ਪੈਸੇ ਦੇ ਰਹੇ ਸੀ ਅਤੇ ਕਹਿ ਰਹੇ ਸਨ ਕਿ ਇਹ ਉਸ ਦੀ ਤਨਖਾਹ ਹੈ। ਤਾਂ ਪਿਤਾ ਨੇ ਕਿਹਾ ਕਿ ਪਹਿਲੀ ਗੱਲ ਇਹ ਹੈ ਕਿ ਤਨਖਾਹ ਦਾ ਸਮਾਂ ਨਹੀਂ ਆਇਆ। ਮਹੀਨਾ 15 ਤਰੀਕ ਨੂੰ ਹੁੰਦਾ ਹੈ ਅਤੇ ਇਸ ਵਿਚਕਾਰ ਅਸੀਂ ਕਿਸੇ ਨੂੰ ਪੈਸੇ ਨਹੀਂ ਦਿੰਦੇ। ਅਤੇ ਦੂਜਾ, ਮੈਂ ਹਰ ਮਹੀਨੇ ਮੀਨਾ ਦੀ ਤਨਖਾਹ ਦਿੰਦਾ ਹਾਂ, ਜੋ ਸਿਰਫ 15,000 ਰੁਪਏ ਹੈ। ਤਾਂ ਪਿਤਾ ਜੀ ਨੇ ਉਸ ਨੂੰ 50,000 ਰੁਪਏ ਕਿਉਂ ਦਿੱਤੇ? ਮੇਰੇ ਪਿਤਾ ਜੀ ਗੁੱਸੇ ਵਿੱਚ ਆ ਗਏ ਅਤੇ ਦਾਦਾ ਜੀ ਦੇ ਕਮਰੇ ਵਿੱਚ ਚਲੇ ਗਏ। ਮੈਂ ਵੀ ਉਹਨਾਂ ਦੀਆਂ ਗੱਲਾਂ ਸੁਣਨ ਲੱਗੀ। ਦਾਦਾ ਜੀ ਨੇ ਦੱਸਿਆ ਕਿ ਇਸ ਗਰੀਬ ਔਰਤ ਦੇ ਘਰ ਕੋਈ ਗੱਲ ਚੱਲ ਰਹੀ ਸੀ, ਜਿਸ ਦੀ ਗਰੀਬ ਮਾਂ ਬਿਮਾਰ ਸੀ। ਇਸ ਲਈ ਮੈਂ ਉਸ ਨੂੰ ਪੈਸੇ ਦੇ ਦਿੱਤੇ। ਤੁਹਾਡੀ ਧੀ ਇੱਕ ਮਹਾਨ ਜਾਸੂਸ ਹੈ। ਸਾਡੇ ਕਮਰੇ ਵਿੱਚ ਜਾਸੂਸੀ ਕਰਨ ਤੋਂ ਬਾਅਦ ਉਹ ਚਲੀ ਗਈ ਅਤੇ ਘਰ ਵਿੱਚ ਹੰਗਾਮਾ ਮਚਾ ਦਿੱਤਾ। ਜੇ ਤੁਸੀਂ ਕਿਸੇ ਗਰੀਬ ਨੂੰ ਕੁਝ ਪੈਸੇ ਦੇ ਦਿਓ ਤਾਂ ਕੀ ਹੋਵੇਗਾ? ਮੈਂ ਮੰਜੇ 'ਤੇ ਲੇਟਿਆ ਹੋਇਆ ਹਾਂ। ਜੇ ਮੈਂ ਮਰਦੇ ਮਰਦੇ ਕੁਝ ਭਲਾ ਕਰਾਂ ਤਾਂ ਤੁਹਾਨੂੰ ਲੋਕਾਂ ਨੂੰ ਕੀ ਪਰੇਸ਼ਾਨੀ ਹੈ?
ਤੁਸੀਂ ਲੋਕ ਕੀ ਚਾਹੁੰਦੇ ਹੋ ਕਿ ਇਹ ਪੈਸਾ ਤੁਹਾਡੇ ਮੂੰਹ ਵਿੱਚ ਹੀ ਜਾਵੇ? ਤੁਸੀਂ ਲੋਕ ਮੇਰੇ ਕਿਸੇ ਕੰਮ ਦੇ ਨਹੀਂ ਹੋ। ਜਦੋਂ ਵੀ ਮੈਨੂੰ ਲੋੜ ਹੁੰਦੀ ਹੈ, ਜਦੋਂ ਮੇਰਾ ਦਿਲ ਭਾਰੀ ਹੁੰਦਾ ਹੈ, ਜਦੋਂ ਮੈਂ ਕਿਸੇ ਨਾਲ ਗੱਲ ਕਰਨਾ ਚਾਹੁੰਦਾ ਹਾਂ, ਨਾ ਤੁਸੀਂ ਮੇਰੇ ਕੋਲ ਬੈਠੇ ਹੁੰਦੇ ਹੋ ਤੇ ਨਾ ਹੀ ਤੁਹਾਡੇ ਬੱਚੇ। ਫਿਰ ਮੈਂ ਕੀ ਕਰਾਂ ਪਿਤਾ ਜੀ? ਮੈਨੂੰ ਫਿਰ ਕੀ ਕਰਨਾ ਚਾਹੀਦਾ ਹੈ? ਬੱਚੇ ਪਿਤਾ ਜੀ ਸ਼ਰਮਿੰਦਾ ਹੋ ਗਏ ਅਤੇ ਮੈਨੂੰ ਕਹਿੰਦੇ, ਜਦੋਂ ਤੁਸੀਂ ਦਾਦਾ ਜੀ ਦੇ ਕਮਰੇ ਵਿੱਚ ਜਾਵੋਗੇ ਤਾਂ ਇੱਧਰ ਉੱਧਰ ਦੀ ਗੱਲ ਨਹੀਂ ਕਰਨੀ। ਪਿਤਾ ਜੀ ਬਹੁਤ ਪਰੇਸ਼ਾਨ ਅਤੇ ਗੁੱਸੇ ਵਿੱਚ ਵੀ ਜਾਪਦੇ ਸਨ, ਕਿਉਂਕਿ ਉਹਨਾਂ ਦੀ ਬੇਇੱਜ਼ਤੀ ਹੋਈ ਸੀ ਅਤੇ ਉਹ ਸਿੱਧਾ ਆਪਣੇ ਕਮਰੇ ਵਿੱਚ ਚਲੇ ਗਏ। ਕੁਝ ਦਿਨਾਂ ਬਾਅਦ ਪਿਤਾ ਜੀ ਨੇ ਇੱਕ ਹੋਰ ਖਬਰ ਸੁਣਾਈ। ਇਹ ਸੁਣ ਕੇ ਮੈਨੂੰ ਹੋਰ ਵੀ ਹੈਰਾਨੀ ਹੋਈ। ਮੇਰੀ ਛੋਟੀ ਭੈਣ ਬਹੁਤ ਛੋਟੀ ਸੀ, ਉਹ 12 ਸਾਲਾਂ ਦੀ ਸੀ ਅਤੇ ਮੈਂ 20 ਸਾਲ ਦੀ। ਇਸੇ ਲਈ ਮੈਂ ਅਤੇ ਮੇਰੇ ਪਿਤਾ ਜੀ ਆਪਸ ਵਿੱਚ ਗੱਲਾਂ ਕਰਦੇ ਸੀ। ਪਿਤਾ ਜੀ ਨੇ ਮੈਨੂੰ ਕਿਹਾ, ਤੈਨੂੰ ਇੱਕ ਗੱਲ ਦੱਸਣੀ ਹੈ ਤੇ ਉਦੋਂ ਤੋਂ ਇਸ ਘਰ ਵਿੱਚ ਤੈਨੂੰ ਬਹੁਤ ਧਿਆਨ ਦੇਣਾ ਪਵੇਗਾ। ਪਤਾ ਨਹੀਂ ਇਹ ਕੀ ਹੋ ਰਿਹਾ ਹੈ। ਮੈਂ ਕਿਹਾ, ਠੀਕ ਹੈ। ਪਿਤਾ ਜੀ ਨੇ ਮੈਨੂੰ ਕਿਹਾ ਕਿ ਮੀਨਾ ਜ਼ਰੂਰ ਕੋਈ ਚਾਲ ਖੇਡ ਰਹੀ ਹੋਵੇਗੀ, ਝੂਠ ਬੋਲ ਕੇ ਪੈਸੇ ਲੈ ਰਹੀ ਹੈ, ਕਿਉਂਕਿ ਕੱਲ ਹੀ ਮੈਨੂੰ ਉਸ ਦਾ ਭਰਾ ਮੈਡੀਕਲ ਤੇ ਮਿਲਿਆ ਜੋ ਉਸ ਦੀ ਦਵਾਈ ਲੈਣ ਆਇਆ ਸੀ ਅਤੇ ਮੈਂ ਉਸ ਨੂੰ ਪੁੱਛਿਆ ਕਿ ਤੁਹਾਡੀ ਮਾਂ ਬਿਮਾਰ ਸੀ, ਹੁਣ ਕਿਵੇਂ ਹੈ? ਉਹ ਪੁੱਛਣ ਲੱਗੇ, ਤੁਸੀਂ ਕਿਸ ਬਾਰੇ ਗੱਲ ਕਰ ਰਹੇ ਹੋ? ਮੇਰੀ ਮਾਂ ਨੂੰ ਗੁਜ਼ਰਿਆਂ 5 ਸਾਲ ਹੋ ਗਏ ਹਨ। ਇਹ ਸੁਣ ਕੇ ਮੈਂ ਹੈਰਾਨ ਰਹਿ ਗਿਆ। ਉਸ ਨੇ ਆਪਣੀ ਮਾਂ ਦੀ ਬਿਮਾਰੀ ਬਾਰੇ ਬਹੁਤ ਸਾਰੇ ਦਾਦਾ ਜੀ ਨੂੰ ਝੂਠ ਬੋਲੇ, ਜਦੋਂ ਕਿ ਉਸ ਦੀ ਮਾਂ ਇਸ ਦੁਨੀਆ ਵਿੱਚ ਨਹੀਂ ਹੁੰਦੀ। ਪਿਤਾ ਜੀ ਨੇ ਕਿਹਾ ਕਿ ਇਹ ਲੜਕੀ ਬਹੁਤ ਹੁਸ਼ਿਆਰ ਹੈ, ਇਸ ਲਈ ਮੈਂ ਤੁਹਾਨੂੰ ਇਹ ਸਭ ਦੱਸ ਰਿਹਾ ਹਾਂ। ਤੁਸੀਂ ਇਸ ਦੇ ਪਾਸੇ ਤੋਂ ਸਾਵਧਾਨੀ ਵਰਤੋ ਅਤੇ ਇਸ ਤੇ ਨਜ਼ਰ ਰੱਖੋ। ਇੱਕ ਦਿਨ ਮੇਰੀ ਦੋਸਤ ਮੇਰੇ ਘਰ ਆਈ। ਸਾਡੇ ਘਰ ਦੌਲਤ ਦੀ ਕਮੀ ਨਹੀਂ ਸੀ, ਸ਼ਾਇਦ ਇਸੇ ਲਈ ਮੇਰੇ ਦੋਸਤ ਮੇਰੇ ਨਾਲ ਗੱਲਾਂ ਕਰਦੇ ਸਨ ਅਤੇ ਮੇਰੇ ਘਰ ਆਉਂਦੇ ਸਨ, ਕਿਉਂਕਿ ਉਹਨਾਂ ਨੂੰ ਚੰਗਾ ਖਾਣਾ ਮਿਲਦਾ ਸੀ, ਚੰਗੀਆਂ ਚੀਜ਼ਾਂ ਮਿਲਦੀਆਂ ਸਨ। ਬਦਲੇ ਵਿੱਚ ਮੈਂ ਉਹਨਾਂ ਦਾ ਕਿਰਾਇਆ ਵੀ ਅਦਾ ਕਰ ਦਿੰਦੀ ਸੀ। ਅਤੇ ਨੌਕਰਾਣੀ ਵੱਲ ਵੇਖਦਿਆਂ ਉਸਨੇ ਕਿਹਾ, ਇਹ ਕੌਣ ਹੈ? ਮੈਂ ਕਿਹਾ ਕਿ ਉਹ ਨੌਕਰਾਣੀ ਹੈ ਤੇ ਉਹ ਕਹਿਣ ਲੱਗੀ, ਕਿੱਦਾਂ ਦੀ ਗੱਲ ਕਰਦੀ ਹੈ? ਨੌਕਰਾਣੀ ਅਤੇ ਇਹ ਸੂਟ ਉਸਨੇ ਜੋ ਪਾਇਆ ਹੋਇਆ ਹੈ ਇਹ 11,000 ਦਾ ਹੈ। ਮੈਂ ਇਹ ਸੁਣ ਕੇ ਹੈਰਾਨ ਰਹਿ ਗਈ। ਨੈੱਟ ਤੇ ਦੇਖਣ ਤੋਂ ਬਾਅਦ ਮੇਰੀ ਦੋਸਤ ਨੇ ਮੈਨੂੰ ਦੱਸਿਆ ਕਿ ਸੂਟ ਦੀ ਕੀਮਤ 11,000 ਹੈ ਅਤੇ ਇਹ ਮਾਰਕੀਟ ਵਿੱਚ ਨਵਾਂ ਹੈ। ਬਹੁਤ ਘੱਟ ਲੋਕ ਹਨ ਜਿਨ੍ਹਾਂ ਨੂੰ ਇਹ ਸੂਟ ਖਰੀਦਿਆ ਹੈ। ਤੁਹਾਡੇ ਘਰ ਦੀ ਨੌਕਰਾਣੀ ਨੇ 11,000 ਦਾ ਸੂਟ ਪਾਇਆ ਹੋਇਆ ਹੈ ਅਤੇ ਤੁਹਾਨੂੰ ਪਤਾ ਵੀ ਨਹੀਂ ਹੈ। ਇਹ ਸੂਟ ਤਾਂ ਤੁਹਾਨੂੰ ਪਹਿਨਣਾ ਚਾਹੀਦਾ ਹੈ। ਮੈਨੂੰ ਇਹ ਦੇਖ ਕੇ ਗੁੱਸਾ ਆਇਆ ਕਿ ਸਾਡੇ ਘਰ ਦੀ ਨੌਕਰਾਣੀ ਇੰਨੇ ਮਹਿੰਗੇ ਕੱਪੜੇ ਪਾ ਕੇ ਆ ਰਹੀ ਹੈ। ਉਹ ਸਾਰੇ ਘਰ ਵਿੱਚ ਇਉਂ ਘੁੰਮਦੀ ਸੀ ਜਿਵੇਂ ਉਹ ਇਸ ਘਰ ਦੀ ਮਾਲਕਣ ਹੋਵੇ। ਇਸ ਨੂੰ ਖਾਣਾ ਬਣਾਉਣ ਦਾ ਕੰਮ ਹੀ ਦਿੱਤਾ ਸੀ। ਉਹ ਰਸੋਈ ਵਿੱਚ ਹੀ ਸਿਰਫ ਖਾਣਾ ਹੀ ਬਣਾਉਂਦੀ ਸੀ। ਉਹ ਖਾਣਾ ਚੰਗੀ ਤਰ੍ਹਾਂ ਬਣਾ ਲੈਂਦੀ ਸੀ ਅਤੇ ਖਾਣਾ ਬਣਾ ਕੇ ਦਾਦਾ ਜੀ ਦੇ ਕਮਰੇ ਵਿੱਚ ਚਲੀ ਜਾਂਦੀ ਸੀ। ਇੱਕ ਦਿਨ ਉਹ ਦਾਦਾ ਜੀ ਦੇ ਕਮਰੇ ਵਿੱਚ ਸੀ ਅਤੇ ਕਮਰੇ ਵਿੱਚੋਂ ਹਾਸੇ ਦੀ ਆਵਾਜ਼ ਆ ਰਹੀ ਸੀ। ਮੈਂ ਸੋਚਿਆ ਕਿ ਮੈਂ ਵੀ ਦੇਖਾਂ ਇੱਦਾਂ ਦੀ ਕਿਹੜੀ ਗੱਲ ਹੈ ਜਿਸ ਦੇ ਇੰਨਾ ਮਜ਼ਾਕ ਕੀਤਾ ਜਾ ਰਿਹਾ ਹੈ। ਕਿਤੇ ਦਾਦਾ ਪਿਆਰ ਤਾਂ ਨਹੀਂ ਲੁਟਾ ਰਹੇ। ਮੈਂ ਦਰਵਾਜ਼ਾ ਖੋਲ੍ਹਣ ਦੀ ਬਹੁਤ ਕੋਸ਼ਿਸ਼ ਕੀਤੀ, ਖੜਕਾਉਣ ਦੀ ਲੋੜ ਨਹੀਂ ਸੀ। ਇਹ ਮੇਰਾ ਆਪਣਾ ਘਰ ਸੀ ਅਤੇ ਮੈਂ ਇਸ ਘਰ ਦੀ ਮਾਲਕ ਸੀ। ਪਰ ਇਹ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਮੇਰੇ ਸਰੀਰ ਵਿੱਚੋਂ ਜਾਨ ਨਿਕਲ ਗਈ, ਕਿਉਂਕਿ ਦਰਵਾਜ਼ਾ ਅੰਦਰੋਂ ਬੰਦ ਸੀ। ਦਰਵਾਜ਼ਾ ਨਹੀਂ ਖੁੱਲ੍ਹਿਆ ਅਤੇ ਉਹ ਹੱਸਣ ਵਿੱਚ ਇੰਨੇ ਮਗਨ ਸੀ ਕਿ ਉਹਨਾਂ ਨੇ ਧਿਆਨ ਨਹੀਂ ਦਿੱਤਾ ਕਿ ਮੈਂ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਮੈਂ ਤੁਰੰਤ ਆਪਣੇ ਪਿਤਾ ਨੂੰ ਫੋਨ ਕੀਤਾ ਅਤੇ ਸਾਰੀ ਗੱਲ ਦੱਸੀ। ਪਿਤਾ ਜੀ ਵੀ ਹੈਰਾਨ ਹੋਏ ਅਤੇ ਕਹਿਣ ਲੱਗੇ ਕਿ ਪਤਾ ਨਹੀਂ ਇਸ ਘਰ ਵਿੱਚ ਕੀ ਹੋ ਰਿਹਾ ਹੈ। ਕਿਤੇ ਕੁਝ ਅਜਿਹਾ ਤਾਂ ਨਹੀਂ ਹੋ ਰਿਹਾ ਇਸ ਨੌਕਰਾਣੀ ਕਰਕੇ ਸਾਡੇ ਉੱਤੇ ਕੋਈ ਮੁਸੀਬਤ ਆ ਜਾਵੇ। ਦਿਨ ਬ ਦਿਨ ਨੌਕਰਾਣੀ ਸਾਡੇ ਸਾਰਿਆਂ 'ਤੇ ਸਵਾਰ ਹੋ ਰਹੀ ਸੀ। ਇਸ ਦੇ ਢੰਗ ਤਰੀਕੇ, ਇਸ ਦੀਆਂ ਕਿਰਿਆਵਾਂ, ਸਿਰ ਚੁੱਕ ਕੇ ਘਰ ਵਿੱਚ ਘੁੰਮਣ ਦਾ ਇਸ ਦਾ ਅੰਦਾਜ਼, ਇਸ ਦਾ ਅਜਿਹਾ ਢੰਗ ਸੀ ਜਿਸ ਬਾਰੇ ਸਾਨੂੰ ਪਤਾ ਨਹੀਂ ਸੀ। ਇਸ ਨੇ ਕੁਝ ਅਜਿਹਾ ਕੀਤਾ ਸੀ ਜਿਸ ਬਾਰੇ ਅਸੀਂ ਨਹੀਂ ਜਾਣਦੇ ਸੀ। ਇਸ ਨੂੰ ਕਿਸੇ ਗੱਲ ਦਾ ਡਰ ਨਹੀਂ ਸੀ। ਹੁਣ ਉਹ ਸਾਡੇ ਸਾਹਮਣੇ ਇਸ ਤਰ੍ਹਾਂ ਫਿਰਦੀ ਸੀ, ਉਸਨੇ ਸਾਡੀ ਕੋਈ ਗੱਲ ਵੀ ਨਹੀਂ ਸੁਣੀ। ਇੱਕ ਵਾਰ ਮੈਂ ਜੂਸ ਦਾ ਗਲਾਸ ਰੱਖਣ ਜਾ ਰਹੀ ਸੀ
ਕਿ ਗਲਾਸ ਮੇਰੇ ਹੱਥੋਂ ਡਿੱਗ ਕੇ ਜ਼ਮੀਨ ਤੇ ਡਿੱਗ ਪਿਆ ਅਤੇ ਟੁੱਟ ਗਿਆ। ਮੈਂ ਉਸ ਨੂੰ ਸਾਫ਼ ਕਰਨ ਲਈ ਕਿਹਾ। ਉਹ ਖਾਣਾ ਬਣਾ ਰਹੀ ਸੀ। ਉਸ ਨੇ ਮੈਨੂੰ ਕਿਹਾ, ਆ ਰਿਹਾ ਕੱਪੜਾ ਤੇ ਸਾਫ਼ ਕਰੋ। ਕਿਹੜੀ ਨੌਕਰਾਣੀ ਤੁਹਾਨੂੰ ਕੰਮ ਕਰਨ ਲਈ ਕਹਿੰਦੀ ਹੈ, ਜਦੋਂ ਤੁਸੀਂ ਉਸ ਨੂੰ ਕੰਮ ਤੇ ਰੱਖਿਆ ਹੈ ਅਤੇ ਤੁਸੀਂ ਉਸ ਨੂੰ ਤਨਖਾਹ ਵੀ ਦੇ ਰਹੇ ਹੋ। ਮੈਨੂੰ ਗੁੱਸਾ ਆ ਗਿਆ। ਮੇਰੀ ਨੌਕਰਾਣੀ ਨਾਲ ਲੜਾਈ ਹੋ ਗਈ। ਮੈਂ ਕਿਹਾ, ਜੇ ਤੁਸੀਂ ਨੌਕਰ ਹੈ ਤਾਂ ਨੌਕਰ ਹੀ ਰਹੋ। ਮੈਂ ਤੁਹਾਨੂੰ ਕੁਝ ਕੰਮ ਕਰਨ ਲਈ ਕਿਹਾ ਹੈ, ਇਸ ਲਈ ਤੁਸੀਂ ਮੈਨੂੰ ਗੱਲਾਂ ਦੱਸ ਰਹੇ ਹੋ। ਆ ਚੁੱਕੋ ਕੱਪੜਾ ਤੇ ਸਾਰੀ ਗੰਦਗੀ ਸਾਫ਼ ਕਰੋ। ਉਹ ਕਹਿਣ ਲੱਗੀ, ਮੈਂ ਖਾਣਾ ਬਣਾ ਰਹੀ ਹਾਂ। ਮੈਂ ਖਾਣਾ ਬਣਾਉਣਾ ਹੈ। ਆਪਣੀ ਗਲਤੀ ਆਪ ਸਾਫ਼ ਕਰੋ। ਜੋ ਵੀ ਗਲਤੀ ਕਰਨੀ ਪਵੇ ਉਸ ਨੂੰ ਆਪ ਹੀ ਸਾਫ਼ ਕਰੋ। ਉਸ ਨੇ ਮੇਰੇ ਨਾਲ ਜਿੱਦ ਬਣਾ ਲਈ ਅਤੇ ਉਸਨੇ ਸਾਫ਼ ਨਹੀਂ ਕੀਤਾ। ਫਿਰ ਬਾਹਰੋਂ ਚਪੜਾਸੀ ਅੰਦਰ ਆਏ। ਉਸਨੇ ਇਹ ਦੇਖਿਆ ਅਤੇ ਇਸ ਨੂੰ ਸਾਫ਼ ਕੀਤਾ, ਜਦੋਂ ਇਹ ਉਸਦਾ ਕੰਮ ਨਹੀਂ ਸੀ। ਮੈਂ ਵੀ ਨਹੀਂ ਕੀਤਾ ਕਿਉਂਕਿ ਮੈਨੂੰ ਗੁੱਸਾ ਆ ਗਿਆ ਸੀ। ਮੈਂ ਇਹ ਗੱਲ ਆਪਣੇ ਪਿਤਾ ਨੂੰ ਦੱਸੀ ਅਤੇ ਕਿਹਾ ਕਿ ਇਸ ਨੌਕਰਾਣੀ ਨੂੰ ਘਰੋਂ ਬਾਹਰ ਕੱਢ ਦਿਓ। ਪਿਤਾ ਜੀ ਨੇ ਕਿਹਾ, ਇਹ ਠੀਕ ਹੈ, ਉਸ ਨੂੰ ਨੌਕਰੀ ਤੋਂ ਕੱਢ ਦੇਣਾ ਚਾਹੀਦਾ ਹੈ। ਪਿਤਾ ਜੀ ਨੇ ਅਗਲੇ ਹੀ ਦਿਨ ਉਸ ਨੂੰ ਇਸ ਮਹੀਨੇ ਦੀ ਤਨਖਾਹ ਅਤੇ ਅਗਲੇ ਮਹੀਨੇ ਦੀ ਤਨਖਾਹ ਵੀ ਦਿੱਤੀ ਅਤੇ ਕਿਹਾ ਕਿ ਅਸੀਂ ਤੁਹਾਨੂੰ ਨੌਕਰੀ ਤੋਂ ਕੱਢ ਰਹੇ ਹਾਂ, ਇਸ ਲਈ ਅਸੀਂ ਤੁਹਾਨੂੰ ਅਗਲੇ ਮਹੀਨੇ ਦੀ ਤਨਖਾਹ ਵੀ ਦੇ ਰਹੇ ਹਾਂ। ਉਹ ਜਾਣ ਦੀ ਬਜਾਏ ਮੇਰੇ ਦਾਦਾ ਜੀ ਦੇ ਕਮਰੇ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਮੈਂ ਉਹਨਾਂ ਨੂੰ ਮਿਲ ਕੇ ਚਲੀ ਜਾਵਾਂਗੀ, ਤਾਂ ਮੈਂ ਕਿਹਾ, ਉਹ ਸੋ ਰਹੇ ਹਨ। ਜਦੋਂ ਉਹ ਸੋ ਵੀ ਨਹੀਂ ਰਹੇ ਸਨ, ਉਹ ਕਹਿਣ ਲੱਗੀ ਕਿ ਅੰਦਰ ਮੇਰਾ ਕੁਝ ਸਮਾਨ ਪਿਆ ਹੈ। ਮੈਂ ਕਿਹਾ, ਦੱਸੋ ਕੀ ਸਮਾਨ ਹੈ, ਮੈਂ ਤੈਨੂੰ ਲਿਆ ਦਿੰਨੀ ਆ। ਤਾਂ ਉਹ ਕਹਿਣ ਲੱਗੀ, ਨਾ, ਕੀ ਮੈਂ ਕੋਈ ਗਲਤੀ ਕੀਤੀ ਹੈ? ਤੁਸੀਂ ਮੈਨੂੰ ਕਿਉਂ ਕੰਮ ਤੋਂ ਕੱਢ ਰਹੇ ਹੋ? ਉਹ ਉਸ ਕਮਰੇ ਵਿੱਚ ਜਾਣ ਦੀ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਅਸੀਂ ਪਿਓ ਧੀ ਨੇ ਵੀ ਉਸ ਨੂੰ ਜਾਣ ਨਹੀਂ ਦਿੱਤਾ। ਅਸੀਂ ਕਿਹਾ, ਆਪਣਾ ਸਮਾਨ ਚੁੱਕੋ ਅਤੇ ਚਲੇ ਜਾਓ। ਅਤੇ ਫਿਰ ਉਹ ਚਲੀ ਗਈ। ਸਾਡੇ ਮਨ ਨੂੰ ਸ਼ਾਂਤੀ ਮਿਲ ਗਈ ਅਤੇ ਸੋਚਿਆ ਕਿ ਅਸੀਂ ਪਹਿਲਾਂ ਹੀ ਇਹ ਕੰਮ ਕਿਉਂ ਨਹੀਂ ਕੀਤਾ ਸੀ। ਹੈ ਤਾਂ ਉਹ ਨੌਕਰਾਣੀ ਸੀ, ਇਸ ਲਈ ਸਾਡਾ ਉਸ ਨਾਲ ਕੋਈ ਸੰਬੰਧ ਵੀ ਨਹੀਂ ਸੀ ਅਤੇ ਨਾ ਹੀ ਉਹ ਸਾਡੀ ਕੋਈ ਰਿਸ਼ਤੇਦਾਰ ਸੀ ਜੋ ਘਰ ਬਾਹਰ ਨਿਕਲਣ ਲਈ ਬਹੁਤ ਜ਼ਿਆਦਾ ਦੁੱਖ ਹੁੰਦਾ। ਕੋਈ ਸਮੱਸਿਆ ਹੈ ਜਾਂ ਕੋਈ ਵੱਡੀ ਖੇਡ ਖੇਡਣੀ ਪੈਂਦੀ, ਨੌਕਰ ਤਾਂ ਆਉਂਦੇ ਜਾਂਦੇ ਰਹਿੰਦੇ ਨੇ। ਪਿਤਾ ਜੀ ਨੇ ਕਿਹਾ ਕਿ ਮੈਂ ਇੱਕ ਹੋਰ ਨੌਕਰਾਣੀ ਲੱਭਾਂਗਾ ਜੋ ਖਾਣਾ ਪਕਾਏਗੀ ਅਤੇ ਇਸ ਵਾਰ ਮੈਂ ਇੱਕ ਬਜ਼ੁਰਗ ਔਰਤ ਨੂੰ ਲਿਆਵਾਂਗਾ ਜਿਸ ਦਾ ਕੰਮ ਖਾਣਾ ਬਣਾਉਣਾ ਹੋਵੇਗਾ। ਸਾਨੂੰ ਇਸ ਤਰ੍ਹਾਂ ਦੀ ਨੌਕਰਾਣੀ ਨਹੀਂ ਚਾਹੀਦੀ। ਮੀਨਾ ਨੂੰ ਘਰੋਂ ਕੱਢ ਕੇ ਮੈਨੂੰ ਬਹੁਤ ਖੁਸ਼ੀ ਹੋਈ ਅਤੇ ਮੀਨਾ ਨੂੰ ਗਏ ਹੋਏ ਕੁਝ ਘੰਟੇ ਹੀ ਹੋਏ ਸਨ ਕਿ ਰਾਤ ਹੋ ਗਈ ਸੀ ਅਤੇ ਦਾਦਾ ਜੀ ਦੀ ਤਬੀਅਤ ਵਿਗੜ ਗਈ ਸੀ। ਪਿਤਾ ਜੀ ਨੇ ਕਿਹਾ, ਸ਼ਾਇਦ ਉਹਨਾਂ ਦਾ ਸਮਾਂ ਆ ਗਿਆ ਹੈ, ਜਲਦੀ ਆਓ। ਅਸੀਂ ਸਾਰੇ ਦਾਦਾ ਜੀ ਕੋਲ ਪਹੁੰਚ ਗਏ। ਉਸ ਦੇ ਸਿਰਹਾਣੇ ਬੈਠ ਗਏ। ਉਹ ਬਹੁਤ ਦੇਰ ਤੱਕ ਬੁਰੀ ਤਰ੍ਹਾਂ ਰੋ ਰਹੇ ਸੀ, ਜਿਵੇਂ ਉਹ ਬਹੁਤ ਦਰਦ ਵਿੱਚ ਹੋਣ। ਪਿਤਾ ਜੀ ਬਾਰ-ਬਾਰ ਪੁੱਛ ਰਹੇ ਸਨ, ਕੀ ਹੋਇਆ? ਦਰਦ ਹੋ ਰਿਹਾ ਹੈ, ਤੁਹਾਨੂੰ ਡਾਕਟਰ ਕੋਲ ਲੈ ਜਾਂਦੇ ਹਾਂ। ਡਾਕਟਰ ਨੂੰ ਵੀ ਬੁਲਾ ਲਿਆ ਸੀ। ਘਰ ਵਿੱਚ ਡਾਕਟਰ ਵੀ ਮੌਜੂਦ ਸੀ। ਚਾਚੇ ਦੇ ਬੱਚੇ ਵੀ ਆ ਗਏ ਸਨ। ਹਰ ਕੋਈ ਉਸ ਦੇ ਨੇੜੇ ਖੜਾ ਸੀ। ਉਹ ਮੰਜੇ ਵੱਲ ਦੇਖ ਰਿਹਾ ਸੀ। ਸਾਰੇ ਆਲੇ ਦੁਆਲੇ ਬੈਠੇ ਸਨ। ਮੇਰੇ ਦਾਦਾ ਜੀ ਵੀ ਮੰਜੇ ਤੇ ਹੀ ਸੌਂਦੇ ਸਨ। ਜਦੋਂ ਉਸਨੇ ਆਪਣੀ ਜੀਭ ਖੋਲ੍ਹੀ ਤਾਂ ਕਮਰੇ ਵਿੱਚ ਮੌਜੂਦ ਸਾਰੇ ਹੈਰਾਨ ਰਹਿ ਗਏ, ਕਿਉਂਕਿ ਉਸਨੇ ਕਿਹਾ ਕਿ ਮੀਨਾ ਕਿੱਥੇ ਹੈ? ਇਹ ਗੱਲ ਬਾਰ-ਬਾਰ ਪੁੱਛਣ ਲੱਗੇ। ਅਸੀਂ ਸਾਰੇ ਚੁੱਪ ਹੋ ਗਏ। ਚਾਚੀ ਨੇ ਕਿਹਾ ਕਿ ਉਹ ਕਿੱਥੇ ਗਈ ਹੈ? ਇਸ ਸਮੇਂ ਉਹ ਘਰ ਹੀ ਹੁੰਦੀ ਹੈ। ਤਾਂ ਮੇਰੇ ਪਿਤਾ ਨੇ ਕਿਹਾ ਕਿ ਮੈਂ ਉਸ ਨੂੰ ਕੰਮ ਤੋਂ ਹਟਾ ਦਿੱਤਾ ਹੈ। ਮੈਨੂੰ ਸਿਰਫ ਇਹੀ ਕਹਿਣਾ ਸੀ ਕਿ ਮੇਰੇ ਦਾਦਾ ਜੀ ਨੇ ਮੇਰੇ ਪਿਤਾ ਜੀ ਦੀ ਘੁੱਟ ਕੇ ਗੁੱਟ ਫੜ ਲਿਆ ਅਤੇ ਕਿਹਾ, ਕੀ ਤੁਸੀਂ ਕਿਸ ਨੂੰ ਪੁੱਛ ਕੇ ਕੰਮ ਤੋਂ ਕੱਢਿਆ ਹੈ? ਅਸੀਂ ਸਾਰੇ ਹੈਰਾਨ ਹਾਂ। ਇਸ ਨੂੰ ਬੁਲਾਉਣ ਦਾ ਤੁਹਾਡਾ ਕੀ ਮਤਲਬ ਹੈ? ਜੇਕਰ ਤੁਹਾਨੂੰ ਕੋਈ ਸਮੱਸਿਆ ਹੈ ਤਾਂ ਦੱਸ ਦਿਓ ਕਿ ਡਾਕਟਰ ਉੱਥੇ ਖੜਾ ਹੈ। ਤਾਂ ਉਹ ਨਾ ਕਹਿਣ ਲੱਗਾ, ਮੈਨੂੰ ਮੀਨਾ ਦੀ ਲੋੜ ਹੈ। ਇਹ ਸੁਣ ਕੇ ਸਾਰਿਆਂ ਨੇ ਕੰਨਾਂ ਤੇ ਹੱਥ ਰੱਖੇ ਕਿ ਦਾਦਾ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਹੈ, ਪਰ ਮਰਦੇ ਹੋਏ ਕੀ ਨਾ ਕਰਦੇ। ਉਸਨੇ ਬਹੁਤ ਰੌਲਾ ਪਾਇਆ। ਰਾਤ ਦੇ 1 ਵੱਜ ਚੁੱਕੇ ਸਨ ਅਤੇ ਅਜੇ ਵੀ ਉਹ ਇਹ ਕਹਿੰਦੇ ਰਹੇ ਸੀ ਕਿ ਮੀਨਾ ਨੂੰ ਲੈ ਕੇ ਆਓ। ਮੇਰੇ ਪਿਤਾ ਨੂੰ ਮਜਬੂਰ ਕੀਤਾ ਗਿਆ ਕਿ ਉਹ ਉਸ ਨੂੰ ਘਰੋਂ ਲੈ ਕੇ ਆਉਣ। ਪਿਤਾ ਜੀ ਨੇ ਵਾਪਸ ਆ ਕੇ ਦੱਸਿਆ ਕਿ ਉਹ ਬਹੁਤ ਨਖਰੇ ਕਰ ਰਹੀ ਸੀ ਕਿ ਮੈਂ ਨਹੀਂ ਜਾਵਾਂਗੀ ਕਿਉਂਕਿ ਤੁਹਾਡੇ ਪਿਤਾ ਦੀ ਮੌਤ ਹੋ ਰਹੀ ਹੈ।
ਅਤੇ ਤੁਸੀਂ ਮੈਨੂੰ ਲੈਣ ਆਏ ਹੋ। ਉਹ ਬਹੁਤ ਗਲਤ ਹਰਕਤਾਂ ਕਰ ਰਹੀ ਸੀ। ਉਸ ਨੂੰ ਆਉਣ ਨੂੰ ਦੇਰ ਨਹੀਂ ਲੱਗੀ ਕਿ ਦਾਦਾ ਜੀ ਬਿਲਕੁਲ ਠੀਕ ਹੋ ਗਏ। ਉਹ ਦਾਦਾ ਜੀ ਦਾ ਹੱਥ ਫੜ ਕੇ ਬੈਠ ਗਈ। ਸਾਰੇ ਪਰਿਵਾਰ ਵਾਲੇ ਹੈਰਾਨ ਹੋ ਗਏ ਅਤੇ ਉਹ ਕਹਿਣ ਲੱਗੇ ਕਿ ਸਾਡੇ ਘਰ ਕੀ ਹੋ ਰਿਹਾ ਹੈ। ਇਸ ਔਰਤ ਨੂੰ ਇੱਥੋਂ ਕੱਢ ਦਿਓ। ਮੇਰੇ ਪਿਤਾ ਨੇ ਕਿਹਾ ਕਿ ਇਸ ਔਰਤ ਨੂੰ ਇੱਥੋਂ ਕੱਢ ਦਿੱਤਾ ਗਿਆ ਸੀ, ਪਰ ਫਿਰ ਕੀ ਹੋਇਆ ਤੁਸੀਂ ਸਭ ਨੇ ਦੇਖਿਆ ਹੋਵੇਗਾ। ਹੁਣ ਤੁਸੀਂ ਹੀ ਦੱਸੋ ਸਾਨੂੰ ਸਾਰਿਆਂ ਨੂੰ ਕੀ ਕਰਨਾ ਚਾਹੀਦਾ ਹੈ। ਮੈਂ ਬਹੁਤ ਪਰੇਸ਼ਾਨ ਹਾਂ। ਮੀਨਾ ਦੇ ਚਿਹਰੇ ਤੇ ਮੁਸਕਰਾਹਟ ਸੀ। ਉਹ ਬਹੁਤ ਖੁਸ਼ ਸੀ। ਦਾਦਾ ਜੀ ਨੇ ਝੱਟ ਪੈਸੇ ਕੱਢ ਕੇ ਉਸ ਨੂੰ ਦੇ ਦਿੱਤੇ ਤੇ ਕਿਹਾ, ਤੁਹਾਡੇ ਰੁਜ਼ਗਾਰ ਨੂੰ ਕੋਈ ਨਹੀਂ ਰੋਕ ਸਕਦਾ। ਮੈਂ ਇੱਥੇ ਹੀ ਹਾਂ। ਮੈਂ ਅਜੇ ਮਰਨ ਵਾਲਾ ਨਹੀਂ ਹਾਂ। ਜੋ ਲੋਕ ਚਾਹੁੰਦੇ ਹਨ ਕਿ ਮੈਂ ਮਰ ਜਾਵਾਂ, ਉਹ ਕੰਨ ਖੋਲ੍ਹ ਕੇ ਸੁਣ ਲੈਣ ਕਿ ਮੈਂ ਹੁਣ ਇਸ ਸੰਸਾਰ ਨੂੰ ਛੱਡਣ ਵਾਲਾ ਨਹੀਂ ਹਾਂ। ਪਾਣੀ ਸਿਰ ਤੋਂ ਲੰਘ ਚੁੱਕਾ ਸੀ। ਹੁਣ ਪਰਿਵਾਰ ਦੇ ਸਾਰੇ ਜੀਆਂ ਨੂੰ ਪਤਾ ਲੱਗ ਗਿਆ ਕਿ ਇਸ ਘਰ ਵਿੱਚ ਕੀ ਹੋ ਰਿਹਾ ਹੈ। ਜੋ ਵੀ ਹੋ ਰਿਹਾ ਸੀ ਉਹ ਬਿਲਕੁਲ ਵੀ ਚੰਗਾ ਨਹੀਂ ਸੀ। ਕਿਸੇ ਨੌਕਰ ਦਾ ਘਰ ਦੇ ਮਾਲਕ ਤੇ ਇੰਨਾ ਨੇੜੇ ਹੋਣਾ ਠੀਕ ਨਹੀਂ ਹੈ। ਮੈਂ ਸਾਰਿਆਂ ਨੂੰ ਇਹ ਵੀ ਦੱਸਿਆ ਕਿ ਜਦੋਂ ਮੀਨਾ ਅੰਦਰ ਜਾਂਦੀ ਹੈ ਤਾਂ ਅੰਦਰ ਦਾ ਦਰਵਾਜ਼ਾ ਵੀ ਬੰਦ ਹੋ ਜਾਂਦਾ ਹੈ। ਸਾਰਿਆਂ ਨੇ ਕੰਨਾਂ ਤੇ ਹੱਥ ਰੱਖ ਕੇ ਕਿਹਾ, ਕੀ ਲੱਗਦਾ ਹੈ ਕਿ ਮਰਨ ਤੋਂ ਪਹਿਲਾਂ ਦਾਦਾ ਜੀ ਸਾਨੂੰ ਸ਼ਰਮਿੰਦਾ ਕਰਕੇ ਹੀ ਜਾਣਗੇ। ਦਰਵਾਜ਼ਾ ਬੰਦ ਕਰਨ ਦਾ ਕੀ ਮਕਸਦ ਹੋ ਸਕਦਾ ਹੈ। ਪਿਤਾ ਜੀ ਨੇ ਕਿਹਾ, ਤੁਸੀਂ ਸਾਰੇ ਮਿਲ ਕੇ ਮੇਰੀ ਮਦਦ ਕਰੋ। ਮੈਂ ਆਪਣੇ ਪਾਸਿਓਂ ਜੋ ਕਰ ਸਕਦਾ ਸੀ ਕਰ ਲਿਆ ਸੀ। ਇਸੇ ਲਈ ਮੀਨਾ ਦੀਆਂ ਅੱਖਾਂ 'ਚ ਜਿੱਤ ਦੀ ਖੁਸ਼ੀ ਸੀ। ਉਹ ਜਾਣਦੀ ਸੀ ਕਿ ਉਹ ਵਾਪਸ ਆ ਜਾਵੇਗੀ ਅਤੇ ਕੋਈ ਵੀ ਉਸ ਨੂੰ ਰੋਕ ਨਹੀਂ ਸਕਦਾ ਸੀ। ਪਰ ਹੁਣ ਮੈਂ ਮਾਮਲੇ ਨੂੰ ਆਪਣੇ ਹੱਥਾਂ ਵਿੱਚ ਲੈਣ ਦਾ ਫੈਸਲਾ ਕੀਤਾ। ਮੈਂ ਕਿਹਾ, ਮੈਂ ਦੇਖ ਲਵਾਂਗੀ ਕਿ ਕਮਰੇ ਵਿੱਚ ਕੀ ਹੁੰਦਾ ਹੈ। ਮੈਂ ਮੀਨਾ ਦੇ ਕਮਰੇ ਵਿੱਚ ਗਈ ਅਤੇ ਉਸ ਦੇ ਕੱਪੜੇ ਚੋਰੀ ਕਰ ਲਏ। ਮੈਂ ਕਿਸੇ ਨੂੰ ਇਹ ਨਹੀਂ ਦੱਸਿਆ ਕਿ ਮੈਂ ਆਪਣੇ ਮਨ ਵਿੱਚ ਇੱਕ ਯੋਜਨਾ ਬਣਾਈ ਸੀ ਅਤੇ ਉਸ ਨੂੰ ਲਾਗੂ ਕਰਨਾ ਚਾਹੀਦਾ ਸੀ। ਵੈਸੇ ਮੇਰੇ ਕੋਲੋਂ ਗਲਤੀ ਹੋ ਗਈ। ਮੈਨੂੰ ਇਹ ਗੱਲ ਆਪਣੇ ਪਿਤਾ ਜੀ ਨੂੰ ਨਹੀਂ ਦੱਸਣੀ ਚਾਹੀਦੀ ਸੀ, ਪਰ ਪਿਤਾ ਜੀ ਨੇ ਮੈਨੂੰ ਕਦੇ ਵੀ ਇਹ ਕੰਮ ਨਹੀਂ ਕਰਨ ਦੇਣਾ ਅਤੇ ਘਰ ਵਿੱਚ ਸਾਰੇ ਜਵਾਕਾਂ ਤੋਂ ਵੱਡੀ ਸੀ। ਇਹ ਮਸਲਾ ਹੱਲ ਕਰਨਾ ਚਾਹੁੰਦੀ ਸੀ। ਮੈਂ ਸੋਚਿਆ ਕਿ ਜਦੋਂ ਮੀਨਾ ਰਸੋਈ ਵਿੱਚ ਕੰਮ ਕਰ ਰਹੀ ਸੀ ਤਾਂ ਮੈਂ ਹੌਲੀ ਦੇਣੇ ਜਾ ਕੇ ਰਸੋਈ ਦਾ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ ਅਤੇ ਚਪੜਾਸੀ ਨੂੰ ਕਿਹਾ ਕਿ ਦਰਵਾਜ਼ਾ ਨਾ ਖੋਲ੍ਹਿਓ। ਚਪੜਾਸੀ ਅੰਕਲ ਬਚਪਨ ਤੋਂ ਹੀ ਮੇਰੇ ਨਾਲ ਖੇਡਿਆ ਕਰਦਾ ਸੀ। ਉਹ ਮੇਰੀ ਗੱਲ ਜ਼ਰੂਰ ਮੰਨਦੇ ਸੀ। ਮੈਂ ਖੁਦ ਮੀਨਾ ਦੇ ਕੱਪੜੇ ਪਾ ਕੇ ਦਾਦਾ ਜੀ ਦੇ ਕਮਰੇ ਵਿੱਚ ਗਈ ਅਤੇ ਦੁਪੱਟੇ ਨੂੰ ਥੋੜਾ ਅੱਗੇ ਕਰ ਲਿਆ। ਉਹ ਮੈਨੂੰ ਦੇਖ ਕੇ ਸਮਝਣ ਲੱਗੇ ਕਿ ਮੈਂ ਮੀਨਾ ਹਾਂ। ਮੈਂ ਵੀ ਅੰਦਰ ਜਾ ਕੇ ਦਰਵਾਜ਼ਾ ਬੰਦ ਕਰ ਲਿਆ। ਦਾਦਾ ਜੀ ਕਹਿਣ ਲੱਗੇ, ਇਹ ਕੀ ਹੈ? ਅੱਜ ਤੂੰ ਦੁਲਹਨ ਬਣ ਕੇ ਆਈ ਹੈ, ਕੀ ਹੋ ਗਿਆ? ਤਾਂ ਮੈਂ ਸਿਰ ਹਿਲਾ ਦਿੱਤਾ। ਅੱਛਾ, ਅੱਜ ਤੂੰ ਦੁਲਹਨ ਬਣਨ ਦੀ ਕੋਸ਼ਿਸ਼ ਕਰ ਰਹੀ ਹੈ। ਮੈਂ ਜਾ ਕੇ ਉਸਦੇ ਪੈਰਾਂ ਕੋਲ ਮੰਜੇ ਤੇ ਬੈਠ ਗਈ। ਫਿਰ ਇਸ ਤੋਂ ਬਾਅਦ ਇਸ ਕਮਰੇ ਵਿੱਚੋਂ ਜੋ ਕੁਝ ਹੋਇਆ ਉਸ ਨੂੰ ਦੇਖ ਕੇ ਮੇਰੀ ਜਾਨ ਨਿਕਲ ਗਈ, ਕਿਉਂਕਿ ਉਸਨੇ ਅਜਿਹਾ ਕੁਝ ਕਿਹਾ ਸੀ। ਉਹਨਾਂ ਕਿਹਾ, ਤੂੰ ਕਰਨ ਦੀ ਦੁਲਹਨ ਬਣਨਾ ਹੈ ਨਾ, ਕਰਨ ਜਲਦੀ ਹੀ ਆ ਜਾਵੇਗਾ। ਜਦੋਂ ਮੈਂ ਤੁਹਾਡਾ ਵਿਆਹ ਕਰਵਾ ਦੇਵਾਂਗਾ ਤਾਂ ਇਹ ਕੰਮ ਕਰਨ ਤੋਂ ਬਾਅਦ ਮੈਂ ਇਸ ਸੰਸਾਰ ਨੂੰ ਛੱਡ ਜਾਵਾਂਗਾ। ਕਰਨ ਹਰ ਕੋਈ ਨਹੀਂ, ਸਗੋਂ ਮੇਰੇ ਚਾਚੇ ਦਾ ਬੇਟਾ ਸੀ ਅਤੇ ਸ਼ਾਇਦ ਉਸ ਦਾ ਮੀਨਾ ਨਾਲ ਅਫੇਅਰ ਸੀ ਅਤੇ ਉਹ ਵਿਆਹ ਕਰਨ ਵਾਲੇ ਸਨ। ਦਾਦਾ ਜੀ ਨੂੰ ਪਤਾ ਸੀ ਕਿ ਮੀਨਾ ਇਸ ਘਰ ਦੀ ਰਾਣੀ ਬਣਨ ਵਾਲੀ ਹੈ, ਮਤਲਬ ਇਸ ਪਰਿਵਾਰ ਦੀ ਨੂੰਹ ਬਣਨਾ ਸੀ। ਫਿਰ ਮੈਂ ਕੀ ਕਰਨਾ ਸੀ? ਮੈਂ ਦਾਦਾ ਜੀ ਨੂੰ ਕਿਹਾ ਕਿ ਮੈਂ ਤੁਹਾਡੇ ਲਈ ਪਾਣੀ ਲਿਆਉਂਦੀ ਹਾਂ। ਆਵਾਜ਼ ਥੋੜੀ ਬਦਲੀ ਤੇ ਮੈਂ ਉੱਥੋਂ ਬਾਹਰ ਆ ਗਈ ਤੇ ਲੰਬਾ ਸਾਹ ਲਿਆ। ਕਿਸੇ ਨੂੰ ਇਹ ਵੀ ਨਹੀਂ ਪਤਾ ਸੀ ਕਿ ਮੈਂ ਕੀ ਕੀਤਾ ਹੈ। ਮੈਂ ਜਲਦੀ ਆਪਣੇ ਕੱਪੜੇ ਬਦਲੇ ਅਤੇ ਚਪੜਾਸੀ ਨੂੰ ਪੁੱਛਿਆ ਕਿ ਉਸ ਨੂੰ ਕੁਝ ਪਤਾ ਤਾਂ ਨਹੀਂ ਲੱਗਿਆ, ਤਾਂ ਉਸ ਨੇ ਕਿਹਾ ਕਿ ਨਹੀਂ, ਉਹ ਆਪਣੇ ਕੰਮ ਵਿੱਚ ਰੁੱਝੀ ਹੋਈ ਸੀ। ਮੈਂ ਖੁਦ ਰਸੋਈ ਦਾ ਦਰਵਾਜ਼ਾ ਖੋਲ੍ਹਿਆ। ਮੈਂ ਇਹ ਸਭ ਕੀਤਾ ਪਰ ਕਿਸੇ ਨੂੰ ਪਤਾ ਨਹੀਂ ਲੱਗਿਆ। ਮੈਂ ਆਪਣੇ ਪਿਤਾ ਦੀ ਉਡੀਕ ਕਰਨ ਲੱਗੀ। ਉਹਨਾਂ ਨੂੰ ਫੋਨ ਕਰਿਆ ਅਤੇ ਉਹ ਕਿਸੇ ਕੰਮ ਵਿੱਚ ਰੁੱਝੇ ਹੋਏ ਸਨ। ਰਾਤ ਨੂੰ ਜਦੋਂ ਉਹ ਘਰ ਆਏ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ। ਜਦੋਂ ਮੈਂ ਆਪਣੇ ਪਿਤਾ ਜੀ ਨੂੰ ਸਾਰੀ ਗੱਲ ਦੱਸੀ ਤਾਂ ਉਹ ਵੀ ਇਹ ਸੁਣ ਕੇ ਹੈਰਾਨ ਰਹਿ ਗਏ।
ਪਿਤਾ ਨੇ ਸਾਰੇ ਪਰਿਵਾਰ ਦੇ ਜੀਆਂ ਨੂੰ ਦੱਸਿਆ ਅਤੇ ਜਦੋਂ ਚਾਚੀ ਜਿਸ ਦਾ ਕਰਨ ਪੁੱਤਰ ਸੀ ਨੂੰ ਇਸ ਬਾਰੇ ਪਤਾ ਲੱਗਿਆ, ਉਹ ਪੂਰੀ ਤਰ੍ਹਾਂ ਹੈਰਾਨ ਸੀ ਕਿਉਂਕਿ ਉਸ ਨੂੰ ਇਸ ਬਾਰੇ ਪਤਾ ਨਹੀਂ ਸੀ। ਕਰਨ ਨੂੰ ਬੁਲਾਇਆ ਗਿਆ। ਸਾਰੇ ਚਾਚੀ ਦੇ ਘਰ ਇਕੱਠੇ ਹੋਏ। ਕਰਨ ਨੇ ਕਿਹਾ ਕਿ ਮੈਂ ਇਸ ਲੜਕੀ ਨੂੰ ਪਿਆਰ ਕਰਦਾ ਹਾਂ ਅਤੇ ਦਾਦਾ ਜੀ ਵੀ ਇਸ ਬਾਰੇ ਜਾਣਦੇ ਹਨ। ਤੁਹਾਨੂੰ ਸ਼ਾਇਦ ਨਹੀਂ ਪਤਾ ਕਿ ਦਾਦਾ ਜੀ ਨੇ ਹਾਂ ਕਹਿ ਦਿੱਤੀ ਹੈ ਅਤੇ ਵਸੀਅਤ ਵੀ ਕੀਤੀ ਹੈ ਕਿ ਅਸੀਂ ਵਿਆਹ ਕਰਵਾ ਲਵਾਂਗੇ, ਭਾਵੇਂ ਉਹ ਇਸ ਦੁਨੀਆ ਵਿੱਚ ਰਹਿੰਦੇ ਹੈ ਜਾਂ ਨਹੀਂ। ਉਹ ਪਾਗਲ ਹੋ ਗਿਆ ਸੀ। ਉਹ ਅਕਸਰ ਸਾਡੇ ਘਰ ਆਉਂਦਾ ਰਹਿੰਦਾ ਸੀ ਕਿਉਂਕਿ ਉਹ ਮੇਰੇ ਪਿਤਾ ਜੀ ਨਾਲ ਕੰਮ ਕਰਦਾ ਸੀ। ਇਸੇ ਲਈ ਉਹ ਮੇਰੇ ਘਰ ਰਾਤ ਦੇ ਖਾਣੇ ਲਈ ਆਉਂਦਾ ਸੀ। ਘਰ ਦੇ ਸਾਰੇ ਮੈਂਬਰਾਂ ਨੇ ਉਸ ਨੂੰ ਸਮਝਾਇਆ ਕਿ ਤੂੰ ਘਰ ਦੀ ਨੌਕਰਾਣੀ ਨਾਲ ਵਿਆਹ ਕਰਵਾ ਲਵੇਂਗਾ, ਕਿ ਤੂੰ ਪਾਗਲ ਤਾਂ ਨਹੀਂ ਹੋ ਗਿਆ। ਇਹ ਸੁਣ ਕੇ ਉਹ ਕਹਿਣ ਲੱਗਾ ਕਿ ਨਹੀਂ, ਨੌਕਰਾਣੀ ਹੈ ਤਾਂ ਕੀ ਹੋਇਆ, ਇਹ ਬਹੁਤ ਸੋਹਣੀ ਹੈ ਅਤੇ ਮੈਨੂੰ ਇਹ ਬਹੁਤ ਪਸੰਦ ਹੈ। ਤੁਸੀਂ ਲੋਕ ਮੈਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ। ਦਾਦਾ ਜੀ ਮੇਰੇ ਨਾਲ ਹਨ ਅਤੇ ਦਾਦਾ ਜੀ ਨੇ ਦੂਜੇ ਦਿਨ ਐਲਾਨ ਕੀਤਾ ਕਿ ਠੀਕ, ਇਸ ਤੋਂ ਅਗਲੇ 3 ਦਿਨਾਂ ਵਿੱਚ ਉਹ ਇਹਨਾਂ ਦਾ ਵਿਆਹ ਕਰਨਗੇ। ਮੈਨੂੰ ਆਪਣੀ ਜ਼ਿੰਦਗੀ ਤੇ ਕੋਈ ਭਰੋਸਾ ਨਹੀਂ ਹੈ। ਮੈਂ ਉਹਨਾਂ ਦਾ ਵਿਆਹ ਕਰਵਾ ਦੇਵਾਂ। ਉਸ ਦਾ ਪਿਤਾ ਇਸ ਦੁਨੀਆ ਵਿੱਚ ਨਹੀਂ ਹੈ ਅਤੇ ਉਸ ਦੀ ਗਰੀਬ ਮਾਂ ਉਸ ਨੂੰ ਰੋਕਦੀ ਰਹੀ ਅਤੇ ਉਸ ਨੇ ਆਪਣੀ ਮਾਂ ਦੀਆਂ ਅੱਖਾਂ ਦੇ ਸਾਹਮਣੇ ਉਸ ਨਾਲ ਵਿਆਹ ਕਰਵਾ ਲਿਆ। ਘਰ ਵਿੱਚ ਸਜਾਵਟ ਵੀ ਕੀਤੀ ਗਈ ਅਤੇ ਵਿਆਹ ਬੜੀ ਧੂਮਧਾਮ ਨਾਲ ਹੋਇਆ। ਪਰ ਅਸਲ ਗੱਲ ਇਹ ਸੀ ਕਿ ਦਾਦਾ ਜੀ ਅਚਾਨਕ ਇਸ ਦੁਨੀਆ ਤੋਂ ਚਲੇ ਗਏ। ਅਸੀਂ ਸਾਰੇ ਬਹੁਤ ਉਦਾਸ ਸੀ ਅਤੇ ਇੱਕ ਵੱਡੀ ਖਬਰ ਨੇ ਸਾਨੂੰ ਪਰੇਸ਼ਾਨ ਕੀਤਾ, ਜਾਣੀ ਕਿ ਪ੍ਰਾਪਰਟੀ ਦਾ ਵੱਡਾ ਹਿੱਸਾ ਕਰਨ ਅਤੇ ਮੀਨਾ ਦੇ ਨਾਮ ਸੀ। ਅਸੀਂ ਸਾਰੇ ਬਹੁਤ ਪਰੇਸ਼ਾਨ ਸੀ ਕਿਉਂਕਿ ਸਾਡੇ ਘਰ ਦਾ ਇੱਕ ਵਿਅਕਤੀ ਉਸ ਨੂੰ ਮਿਲਿਆ ਸੀ। ਜਦੋਂ ਵੀ ਅਸੀਂ ਬੈਠ ਕੇ ਇਸ ਬਾਰੇ ਸੋਚਦੇ ਹਾਂ, ਅਸੀਂ ਸੋਚਦੇ ਕਿ ਸ਼ਾਇਦ ਆਪਣੇ ਦਾਦਾ ਜੀ ਨੇ ਹੱਦ ਪਾਰ ਕਰ ਲਈ ਹੈ। ਜੇ ਅਸੀਂ ਉਹਦੇ ਕੋਲ ਬੈਠ ਜਾਂਦੇ ਅਤੇ ਉਹਨਾਂ ਨੂੰ ਸਮਾਂ ਹੁੰਦਾ ਤਾਂ ਉਹਨਾਂ ਨੂੰ ਕਿਸੇ ਦੀ ਲੋੜ ਨਹੀਂ ਹੁੰਦੀ। ਪਤਾ ਨਹੀਂ ਸਾਡਾ ਕਸੂਰ ਸੀ ਜਾਂ ਕਿਸੇ ਹੋਰ ਦਾ, ਪਰ ਜੋ ਵੀ ਹੋਇਆ, ਕਰਨ ਤੇ ਮੀਨਾ ਨੇ ਆਪਣੀ ਕਿਸਮਤ ਚਮਕਾਈ। ਦਾਦਾ ਜੀ ਵੀ ਇਸ ਦੁਨੀਆ ਵਿੱਚ ਨਹੀਂ ਰਹੇ। ਮਾਂ ਦੀ ਜਾਇਦਾਦ ਵਿੱਚੋਂ ਸਾਨੂੰ ਜੋ ਹਿੱਸਾ ਮਿਲਿਆ ਉਹ ਸਾਨੂੰ ਜਿਉਂਦਾ ਰਹਿਣ ਲਈ ਕਾਫੀ ਸੀ। ਮੀਨਾ ਅਤੇ ਕਰਨ ਆਪਣੀ ਦੌਲਤ ਲੈ ਕੇ ਕਿਸੇ ਹੋਰ ਸ਼ਹਿਰ ਵਿੱਚ ਵੱਸ ਗਏ। ਨਾ ਸਾਡੇ ਨਾਲ ਮਿਲੇ, ਨਾ ਕੋਈ ਗੱਲ ਕਰੀ। ਮੇਰੇ ਪਿਤਾ ਜੀ ਦੀ ਤਬੀਅਤ ਵੀ ਖਰਾਬ ਰਹਿੰਦੀ ਸੀ ਅਤੇ ਉਹ ਇਸ ਕਮਰੇ ਵਿੱਚ ਹੀ ਰਹਿੰਦੇ ਸਨ ਜਿੱਥੇ ਦਾਦਾ ਜੀ ਰਹਿੰਦੇ ਸਨ। ਮੈਂ ਆਪਣੇ ਪਿਤਾ ਦਾ ਬਹੁਤ ਖਿਆਲ ਰੱਖਦੀ ਹਾਂ। ਮੈਂ ਉਹਨਾਂ ਨਾਲ ਗੱਲ ਕਰਦੀ ਤਾਂ ਮੇਰੇ ਪਿਤਾ ਜੀ ਕਹਿੰਦੇ ਹਨ, ਪਤਾ ਨਹੀਂ ਕਿਸ ਦਾ ਕਸੂਰ ਸੀ, ਪਰ ਜੋ ਹੋਇਆ ਉਹ ਸਹੀ ਨਹੀਂ ਸੀ। ਇਸ ਗੱਲ ਦਾ ਦੁੱਖ ਹਮੇਸ਼ਾ ਬਣਿਆ ਰਹੇਗਾ ਅਤੇ ਅਸੀਂ ਸਾਰਾ ਪਰਿਵਾਰ ਇਸ ਨੂੰ ਯਾਦ ਰੱਖਾਂਗੇ ਕਿ ਇਸ ਪਰਿਵਾਰ ਵਿੱਚ ਮੀਨਾ ਨਾਂ ਦੀ ਕੁੜੀ ਆਈ ਜਿਸ ਨੇ ਸਾਨੂੰ ਜਲੀਲ ਕੀਤਾ ਅਤੇ ਛੱਡ ਦਿੱਤਾ। ਦੋਸਤੋ, ਮੈਂ ਉਮੀਦ ਕਰਦੀ ਹਾਂ ਤੁਹਾਨੂੰ ਸਾਡੀ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ। ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ